ਇਹ ਜੀ ਜੋ 35 ਅੱਖਰੀ ਹੈ ਇਹ ਮਤਲਬ ਤਿੰਨ ਵਿਦਵਾਨਾਂ ਨੇ ਬਹਿ ਕੇ ਬਹੁਤ ਮਿਹਨਤ ਕਰਕੇ ਇਹ ਸਾਰੀ 35 ਅੱਖਰੀ ਜੋ ਹੈ ਉਹ ਲਿਖਣਾ ਕੀਤੀ ਹੈ। ਉਹ ਇਹਦੇ ਵਿੱਚ ਅੰਕਿਤ ਕਰਕੇ ਅਸੀਂ ਇੱਕ ਸਮਾਜ ਨੂੰ ਸੇਧ ਦੇਣਾ ਚਾਹੁੰਦੇ ਹਾਂ। ਅੱਜ ਕੱਲ ਦੀ ਜੋ ਮਾਡਰਨ ਸਿੱਖਿਆ ਪ੍ਰਣਾਲੀ ਹੈ ਨਾ ਉਹਦੇ ਵਿੱਚ ਇਹ ਅੱਖਰ ਲੁਪਤ ਹੁੰਦੇ ਜਾਂਦੇ ਨੇ। ਅੱਜ ਅਸੀਂ ਉਸ ਗੁਰੂ ਸਾਹਿਬ ਤੋਂ ਬੇਮੁਖ ਹੋ ਕੇ ਤੇ ਪਤਾ ਨਹੀਂ ਕਿੱਧਰ ਫੈਸ਼ਨਾਂ ਵੱਲ ਤੁਰੇ ਫਿਰਦੇ ਆ, ਜੋ ਕਿ ਸਾਡੇ ਲਈ ਬਹੁਤ ਮੰਦਭਾਗੀ ਗੱਲ ਹੈ। ਦੇਖੋ ਜੀ, ਇਹ ਜੋ ਹੈ ਸਾਡੀ ਸਿੱਖਿਆ ਪ੍ਰਣਾਲੀ ਦੀ ਬਹੁਤ ਵੱਡੀ ਕਮੀ ਹੈ। ਇਤਿਹਾਸਿਕ 35 ਅੱਖਰੀ ਜੇਕਰ ਤੁਹਾਨੂੰ ਇਹ ਦਸੀਏ ਵੀ ਜਿਸ ਤਰੀਕੇ ਦੇ 35 ਅੱਖਰ ਪੰਜਾਬੀ ਕਿਤਾਬਾਂ ਵਿੱਚ ਪੜ੍ਹੇ ਜਾਂਦੇ ਨੇ ਉਸ ਤੋਂ ਬਹੁਤ ਹੈ ਅਲੱਗ ਅਸੀਂ ਕਿਸਮ ਦੀ ਇੱਕ ਖਿੱਚ ਦਾ ਕੇਂਦਰ ਅਸੀਂ ਕਹਿ ਸਕਦੇ ਹਾਂ ਵੀ ਕੌਮੀ ਇਨਸਾਫ ਮੋਰਚਾ ਦੇ ਵਿੱਚ ਇਤਿਹਾਸਿਕ 35 ਅੱਖਰੀ ਲੱਗੀ ਹੈ। ਉਹ ਇਸ ਪੋਸਟਰ ਦੇ ਜ਼ਰੀਏ ਇਸ ਜੋ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਉਸ ਦੇ ਜ਼ਰੀਏ ਮੈਂ ਦਿਖਾਣਾ ਚਾਹੂੰਗੀ। ਜੇ ਊੜਾ ਹੈ ਤੇ ਉਦੇ ਸਿੰਘ, ਅ ਹੈ ਤੇ ਆਲਮ ਸਿੰਘ ਨਚਨਾ, ਈਨ ਨਾ ਮੰਨਣੀ, ਸਰਹੰਦ, ਹਾਂ ਦਾ ਨਾਰਾ। ਸੋ ਇਸ ਤਰੀਕੇ ਦੇ ਸਾਰੇ ਸ਼ਬਦ ਜਿਹੜੇ 35 ਅੱਖਰ ਨੇ ਪੰਜਾਬੀ ਦੇ ਉਹ ਸਾਰੇ ਇਤਿਹਾਸਿਕ ਘਟਨਾਵਾਂ ਜਾਂ ਫਿਰ ਯੋਧੇ ਜਾਂ ਫਿਰ ਕਿਸੇ ਨਾ ਕਿਸੇ ਚੀਜ਼ ਨਾਲ ਜੁੜੇ ਹੋਏ ਨੇ ਜੋ ਕਿ ਸਾਨੂੰ ਜਾਣਕਾਰੀ ਦਿੰਦੀ ਹੈ ਇਤਿਹਾਸ, ਪੰਜਾਬੀ ਇਤਿਹਾਸ ਬਾਰੇ। ਔਰ ਇਸ ਪੋਸਟਰ ਨੂੰ ਡਿਜ਼ਾਈਨ ਕਰਨ ਵਾਲੇ ਚਮਕੌਰ ਸਾਹਿਬ ਤੋਂ ਨੇ ਔਰ ਉਹ ਸਾਰੇ ਇੱਥੇ ਪਹੁੰਚੇ ਨੇ। ਔਰ ਮੇਰੇ ਨਾਲ ਇੱਕ ਵੀਰ ਜੀ ਹੈਗੇ ਜੈਵੀਰ ਸਿੰਘ, ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਵੀ ਇੱਕ ਤੇ ਗੁਰਬਾਣੀ ਦੀ ਉਹ ਫ੍ਰੀ 'ਚ ਸੇਵਾਵਾਂ ਵੀ ਦਿੰਦੇ ਹੈ ਕਿ ਜਿਸ ਨੇ ਸਿੱਖਣੀ ਹੈਗੀ ਆ ਤੇ ਉਹ ਆ ਕੇ ਦੱਸ ਸਕਦੇ ਨੇ। ਇਸ ਤੋਂ ਇਲਾਵਾ ਇਸ ਤਰ੍ਹਾਂ ਦਾ ਜੋ 35 ਜਿਹੜਾ ਇਤਿਹਾਸਿਕ 35 ਅੱਖਰੀ ਹੈ ਉਹ ਬੜਾ ਖਿੱਚ ਦਾ ਕੇਂਦਰ ਬਣ ਰਿਹਾ ਹੈ। ਕੀ ਅਸਲ 'ਚ ਦੱਸਦਾ ਹੈ ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਅਸੀਂ ਇਤਿਹਾਸਿਕ 35 ਅੱਖਰੀ ਦਾ ਜੋ ਪੋਸਟਰ ਹੈ ਇਹ ਛਾਪਿਆ ਹੈ। ਇਹਦੇ ਵਿੱਚ ਥੋੜਾ ਇਤਿਹਾਸ ਦੇ ਨਾਲ ਸੰਬੰਧਿਤ ਜੋ ਸ਼ਬਦ ਨੇ ਉਹ ਨਾਲ ਅੰਕਿਤ ਕੀਤੇ ਗਏ ਨੇ ਅੱਖਰਾਂ ਦੇ, ਤੇ ਇਹਦੇ ਨਾਲ ਸੰਬੰਧਿਤ ਇੱਕ ਅਸੀਂ ਸੰਥਿਆ ਸੇਧ ਪੋਥੀ ਨਾਮ ਦੀ ਪੋਥੀ ਛਾਪੀ ਹੈ ਜਿਹਦੇ ਵਿੱਚ ਇਹ ਅੱਖਰਾਂ ਦਾ ਜੋ ਇਤਿਹਾਸ ਹੈ ਉਹ ਵੀ ਦਿੱਤਾ ਗਿਆ ਤੇ ਨਾਲ ਜਿਹੜੀ ਸੰਥਿਆ ਕਰਨ ਬਾਰੇ ਮੁੱਢਲੀ ਜਾਣਕਾਰੀ ਹੈ, ਜਿਵੇਂ ਲਘੂ ਅੱਖਰ, ਦੀਰਘ ਮਾਤਰਾਵਾਂ, ਲਘੂ ਮਾਤਰਾਵਾਂ ਜਾਂ ਅੱਖਰਾਂ ਦੇ ਸ਼ੁੱਧ ਉਚਾਰਨ ਬਾਰੇ ਜੋ ਵੀ ਜਾਣਕਾਰੀ ਇੱਕ ਸੰਥਿਆ ਅਭਿਲਾਖੀ ਨੂੰ ਹੋਣੀ ਚਾਹੀਦੀ ਹੈ ਉਹ ਸਾਰੀ ਉਸ ਪੋਥੀ ਦੇ ਵਿੱਚ ਹੈ। ਤੇ ਉਹ ਪੋਥੀ ਦੀ ਜੀ ਅਸੀਂ ਕੋਈ ਮਿਥਮੀ ਭੇਟਾ ਨਹੀਂ ਰੱਖੀ, ਉਹ ਸ਼ਰਧਾ ਦੇ ਆਧਾਰ ਤੇ ਹੀ ਹੈ ਕਿ ਜਿਤਨੀ ਕਿਸੇ ਦੀ ਸ਼ਰਧਾ ਹੈ, ਜੇ ਕੋਈ ਸੇਵਾ ਦੇਣਾ ਚਾਹੁੰਦਾ ਤਾਂ ਦੇ ਸਕਦਾ। ਬਾਕੀ ਜੇ ਕੋਈ ਇੱਦਾਂ ਲਿਜਾਣਾ ਚਾਹੁੰਦਾ ਹੈ ਬੱਚਿਆਂ ਨੂੰ ਸੰਥਿਆ ਕਰਨ ਲਈ ਜਾਂ ਬਜ਼ੁਰਗਾਂ ਨੂੰ, ਵੱਡਿਆਂ ਨੂੰ, ਕੋਈ ਵੀ ਜੋ ਸੰਥਿਆ ਅਭਿਲਾਖੀ ਆ ਉਹ ਪੋਥੀ ਲੈ ਕੇ ਜਾ ਸਕਦਾ ਹੈ। ਤੇ ਇਹ ਜਿਹੜਾ ਸਾਰਾ ਸੇਵਾ ਦਾ ਜੋ ਸਿਸਟਮ ਹੈ ਇਹ ਗਿਆਨੀ ਸੁਖਚੈਨ ਸਿੰਘ ਜੱਥਾ ਭਿੰਡਰਾਂ ਨੇ ਸ਼ੁਰੂ ਕੀਤਾ ਜੀ। ਤੇ ਉਹਨਾਂ ਨੇ ਆਦ ਸੰਥਿਆ ਆਨਲਾਈਨ ਅਕੈਡਮੀ ਦਾ ਇੱਕ ਆਨਲਾਈਨ ਪਲੇਟਫਾਰਮ ਤਿਆਰ ਕੀਤਾ ਹੈ ਜਿਹਦੇ ਰਾਹੀਂ ਦੇਸ਼ ਵਿਦੇਸ਼ 'ਚ ਬੈਠੀ ਸੰਗਤ ਜੋ ਹੈ ਉਹ ਸੰਥਿਆ ਨਾਲ ਜੁੜ ਕੇ ਤੇ ਗੁਰਬਾਣੀ ਪੜ੍ਹਨਾ ਸਿੱਖ ਸਕਦੀ ਹੈ। ਤੇ ਇਹ ਤੁਸੀਂ ਕਿਉਂਕਿ ਬਹੁਤ ਸਾਰੇ ਲੋਕ ਪੁੱਛ ਰਹੇ ਆ, ਅਸੀਂ ਵੀ ਪੁੱਛ ਹੀ ਰਹੇ ਹੈਗੇ ਆ ਵੀ ਇਤਿਹਾਸਿਕ 35 ਅੱਖਰੀ ਜ਼ਿਆਦਾ ਲੋਕ ਨਹੀਂ ਜਾਣਦੇ ਹੈ। 35 ਆਪਣੀ ਕਿਤਾਬਾਂ 'ਚ ਵੀ ਹੈਗੀ ਹੈ ਲੇਕਿਨ ਬਹੁਤ ਜ਼ਿਆਦਾ ਸ਼ੁੱਧ ਪੰਜਾਬੀ ਅੱਜ ਕੱਲ੍ਹ ਦੇ ਬੱਚੇ ਵੀ ਨਹੀਂ ਬੋਲਦੇ, ਜਨਰੇਸ਼ਨ ਵੀ ਨਹੀਂ ਬੋਲਦੀਆਂ। ਉਸ ਬਾਰੇ ਕਿਵੇਂ ਦੱਸ ਰਹੇ ਹੋ ਤੇ ਇਤਿਹਾਸਿਕ 35 ਅੱਖਰੀ ਬਾਰੇ? ਇਹ ਜੀ ਜੋ 35 ਅੱਖਰੀ ਹੈ ਇਹ ਮਤਲਬ ਤਿੰਨ ਵਿਦਵਾਨਾਂ ਨੇ ਬਹਿ ਕੇ ਬਹੁਤ ਮਿਹਨਤ ਕਰਕੇ ਇਹ ਸਾਰੀ 35 ਅੱਖਰੀ ਜੋ ਹੈ ਉਹ ਲਿਖਣਾ ਕੀਤੀ ਹੈ। ਤੇ ਨਾਲ ਇਤਿਹਾਸਿਕ ਜੋ ਸ਼ਬਦ ਨੇ ਖਾਸ ਕਰਕੇ ਜਿਹੜਾ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਉਹ ਇਹਦੇ ਵਿੱਚ ਅੰਕਿਤ ਕਰਕੇ ਅਸੀਂ ਇੱਕ ਸਮਾਜ ਨੂੰ ਸੇਧ ਦੇਣਾ ਚਾਹੁੰਦੇ ਹਾਂ ਕਿ ਉਹ ਆਪਣੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰੇ ਅਤੇ ਸਿੱਖੀ ਨਾਲ ਜੁੜ ਸਕੇ। ਇੱਕ ਵਾਰੀ ਮੈਂ ਚਾਹੁੰਦੀ ਹਾਂ ਤੁਸੀਂ ਪੋਸਟਰ ਦੇ ਰਾਹੀਂ ਆਪ ਹੀ ਦੱਸੋ ਇੱਕ ਵਾਰੀ ਕੀ ਹੈ ਇਹਦੇ ਵਿੱਚ ਸਾਰੀ 35 ਇਹ ਜੀ 35 ਅੱਖਰੀ ਦੇ ਵਿੱਚ ਦੇਖੋ ਨਾਲੇ ਤਾਂ ਸਿੰਘਾਂ ਦੇ ਨਾਮ ਨੇ, ਜਿਵੇਂ ਊੜੇ ਤੋਂ ਭਾਈ ਉਦੇ ਸਿੰਘ ਦਾ ਨਾਮ ਹੈ, ਐੜੇ ਤੋਂ ਆਲਮ ਸਿੰਘ ਨਚਣਾ ਦਾ ਨਾਮ ਹੈ। ਤੇ ਇਸੇ ਪ੍ਰਕਾਰ ਹੁਣ ਜਦੋਂ ਨਵੀਨ ਪੰਜਾਬੀ ਪੜ੍ਹਦੇ ਆ ਤੇ ੰਗਾਂ ਅਤੇ ඤਈਆਂ ਜਿਹੜਾ ਇਹ ਵਾਲਾ ਅੱਖਰ ਹੈ ਤੇ ਉਸ ਤੋਂ ਨੀਚੇ ਵਾਲਾ, ਇਸ ਨੂੰ ਲਗਭਗ ਸਕੂਲਾਂ 'ਚ ਪੜ੍ਹਾਇਆ ਜਾਂਦਾ ਵੀ ਇਹ ਖਾਲੀ ਹੁੰਦਾ ਹੈ, ਲੇਕਿਨ ਇਹ ਖਾਲੀ ਨਹੀਂ ਹੁੰਦਾ। ਅਸਲ ਦੇ ਵਿੱਚ ਅਸੀਂ ਅੱਜ ਅੰਗਰੇਜ਼ੀ ਭਾਸ਼ਾ ਦੇ ਪ੍ਰਭਾਵ ਹੇਠ ਆ ਕੇ ਇਹਨਾਂ ਦਾ ਉਚਾਰਨ ਭੁੱਲ ਚੁੱਕੇ ਹਾਂ। ਗੁਰਬਾਣੀ ਦੇ ਵਿੱਚ ਬਹੁਤ ਜਗ੍ਹਾ ਇਸ ਅੱਖਰ ਦੀ ਵਰਤੋਂ ਕੀਤੀ ਗਈ ਹੈ, ਜਿਵੇਂ ਗਿਆਨੀ ਸ਼ਬਦ ਜੋ ਹੈ ਉਹ ਗੁਰਬਾਣੀ ਦੇ ਵਿੱਚ ਬਹੁਤ ਵਾਰ ਆਇਆ ਹੈ। ਅਤੇ ਇਸੇ ਪ੍ਰਕਾਰ ਯਤਨ जो उद्यम का वाचक है वह भी ञ अखर नाल ये शब्द गुरबाणी दे विच अंकित है।
ਇਸ ਲਈ ਇਹ ਇਤਿਹਾਸਿਕ 35 ਅੱਖਰੀ ਜੇਕਰ ਬੱਚਿਆਂ ਨੂੰ ਪੜ੍ਹਾਈ ਜਾਵੇ ਤੇ ਬਹੁਤ ਜ਼ਿਆਦਾ ਲਾਭਕਾਰੀ ਹੋਵੇਗੀ, ਕਿਉਂਕਿ ਅੱਜ ਕੱਲ੍ਹ ਦੀ ਜੋ ਮਾਡਰਨ ਸਿੱਖਿਆ ਪ੍ਰਣਾਲੀ ਹੈ ਨਾ, ਉਹਦੇ ਵਿੱਚ ਇਹ ਅੱਖਰ ਲੁਪਤ ਹੁੰਦੇ ਜਾਂਦੇ ਨੇ। ਜਿਵੇਂ ਠੰਡਾ ਬੁਰਜ ਜੋ ਸ਼ਬਦ ਲਿਖਿਆ ਅਸੀਂ, ਇਸ ਦਾ ਭਾਵ ਵੀ ਜੇ ਇਸ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਰੱਖਿਆ ਸੀ, ਉਸ ਦਾ ਇਹ ਜਨਾਇਕ ਹੈ। ਤੇ ਇਹ ਠੰਡਾ ਬੁਰਜ ਦੀ ਫੋਟੋ ਦੇਖ ਕੇ ਇੱਕ ਵਾਰ ਸਾਰਿਆਂ ਦੇ ਮਨ 'ਚ ਆਉਂਦਾ ਹੈ ਕਿ ਉਹਨਾਂ ਸ਼ਹੀਦਾਂ ਨੂੰ ਸਿਰ ਝੁਕਦਾ ਹੈ ਕਿ ਕਿਤਨਾ ਤਸ਼ੱਦਦ ਸਹਿ ਕੇ ਤੇ ਕਿਤਨਾ ਕੁਛ ਝੱਲ ਕੇ ਮਹਾਰਾਜ ਨੇ ਪੰਥ ਵਾਸਤੇ, ਸਾਡੇ ਵਾਸਤੇ ਕੁਰਬਾਨੀਆਂ ਇਹ ਕੀਤੀਆਂ ਨੇ। ਤੇ ਅੱਜ ਅਸੀਂ ਉਸ ਗੁਰੂ ਸਾਹਿਬ ਤੋਂ ਬੇਮੁਖ ਹੋ ਕੇ ਤੇ ਪਤਾ ਨਹੀਂ ਕਿੱਧਰ ਫੈਸ਼ਨਾਂ ਵੱਲ ਤੁਰੇ ਫਿਰਦੇ ਆ, ਜੋ ਕਿ ਸਾਡੇ ਲਈ ਬਹੁਤ ਮੰਦਭਾਗੀ ਗੱਲ ਹੈ। ਤੇ ਡੱਡੇ ਤੋਂ ਜਿਵੇਂ ਭਾਈ ਡੱਲਾ ਜੀ ਦਾ ਨਾਮ ਹੈ, ਭਾਈ ਡੱਲਾ ਜੀ ਜੋ ਹਨ, ਉਹਨਾਂ ਦੀ ਸਾਖੀ ਆਉਂਦੀ ਹੈ ਗੁਰੂ ਸਾਹਿਬ ਦੇ ਨਾਲ। ਤੇ ਭਾਈ ਡੱਲਾ ਜੀ ਕੋਲ ਗੁਰੂ ਸਾਹਿਬ ਅੱਗੇ ਜਾ ਕੇ ਦਮਦਮਾ ਸਾਹਿਬ ਤੋਂ ਪਹਿਲਾਂ ਰਹੇ ਸੀਗੇ, ਤੇ ਉਹਨਾਂ ਦਾ ਨਾਮ ਇਹ ਭਾਈ ਡੱਲਾ ਕਰਕੇ ਅੰਕਿਤ ਹੈ। ਤੇ ਇਸੇ ਪ੍ਰਕਾਰ ਹੋਰ ਵੀ ਗੁਰਸਿੱਖਾਂ ਦੇ ਨਾਮ ਜਿਵੇਂ ਭਾਈ ਟੋਡਰ ਮੱਲ ਜੀ ਆਦਿਕ ਅੰਕਿਤ ਨੇ, ਭਾਈ ਬਚਿੱਤਰ ਸਿੰਘ, ਭਾਈ ਦਇਆ ਸਿੰਘ। ਤੇ ਇਸੇ ਪ੍ਰਕਾਰ ਗੁਰਧਾਮਾਂ ਦੀਆਂ ਵੀ ਨਾਲ ਫੋਟੋਆਂ ਦੇ ਕੇ ਉਹਨਾਂ ਦਾ ਵੀ ਨਾਮ ਲਿਖਿਆ, ਜਿਵੇਂ ਚੱਚੇ ਤੋਂ ਚਮਕੌਰ ਸਾਹਿਬ ਤੇ ਜੱਜੇ ਤੋਂ ਜੋਤੀ ਸਰੂਪ ਸਾਹਿਬ ਦਾ ਨਾਮ ਇਸ ਪੋਸਟਰ ਦੇ ਵਿੱਚ ਅੰਕਿਤ ਕੀਤਾ ਗਿਆ। ਜਿਹੜੀ ਅੱਜ ਕੱਲ੍ਹ ਦੀ ਐਜੂਕੇਸ਼ਨ ਹੈ ਜਾਂ ਫਿਰ ਪਹਿਲਾਂ ਦੀ ਐਜੂਕੇਸ਼ਨ ਹੈ, ਉਹ 'ਚ ਚਰਚੇ ਤੋਂ ਅਲੱਗ-ਅਲੱਗ ਨਾਮ ਹੀ ਹੈ, ਮਤਲਬ ਬੜੀ ਕਾਮਨ ਜਿਹੜੇ ਬੱਚਿਆਂ ਨੂੰ ਪਤਾ ਹੈ। ਪਰ ਇਸ ਤਰ੍ਹਾਂ ਦੀ ਸਿੱਖੀ ਇਤਿਹਾਸ ਨਾਲ ਜੁੜੇ ਸ਼ਬਦ ਬੁੱਕਸ 'ਚ ਪੰਜਾਬੀ ਸਿਲੇਬਸ 'ਚ ਜਾਂ ਪੰਜਾਬ ਸਿੱਖਿਆ ਬੋਰਡ ਦੇ ਵਿੱਚ ਵੀ ਨਹੀਂ ਹੈ। ਦੇਖੋ ਜੀ, ਇਹ ਜੋ ਹੈ ਸਾਡੀ ਸਿੱਖਿਆ ਪ੍ਰਣਾਲੀ ਦੀ ਬਹੁਤ ਵੱਡੀ ਕਮੀ ਹੈ ਕਿ ਇਹਨਾਂ ਸ਼ਬਦਾਂ ਦੇ ਆਸਰੇ ਅਸੀਂ ਆਪਣੇ ਜੋ ਨਵੀਂ ਜਨਰੇਸ਼ਨ ਹੈ ਨਾ, ਉਹਨੂੰ ਗੁਰਸਿੱਖੀ ਦੇ ਨਾਲ ਜੋੜ ਸਕਦੇ ਹਾਂ। ਲੇਕਿਨ ਅਸੀਂ ਉਹ ਗੁਰਸਿੱਖੀ ਤੋਂ ਹਟਵੇਂ ਹੋਰ ਸ਼ਬਦ ਐਡ ਕਰਕੇ ਤੇ ਬੱਚਿਆਂ ਦਾ ਧਿਆਨ ਹੀ ਕਦੇ ਸਿੱਖੀ ਵੱਲ ਕੇਂਦਰਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜਿਹਦੇ ਕਰਕੇ ਬੱਚੇ ਸਿੱਖੀ ਤੋਂ ਦੂਰ ਹੁੰਦੇ ਗਏ। ਤੇ ਹੁਣ ਜੇ ਜਿਵੇਂ ਮਹਾਰਾਜ ਦਾ ਬਚਨ ਹੈ, ਗੁਰਮੁਖੀ ਅੱਖਰ ਜੋ ਹੈ ਭਾਈ ਸਿੰਘ ਸਿੰਘ ਤੇ ਸਿੱਖੇ ਜਾਈ। ਜੇ ਅਸੀਂ ਪੰਥ ਦੇ ਵਿਦਵਾਨਾਂ ਕੋਲੋਂ, ਸਿੰਘਾਂ ਕੋਲੋਂ, ਗੁਰਸਿੱਖਾਂ ਕੋਲੋਂ ਇਹ 35 ਅੱਖਰ ਪੜਾਂਗੇ ਤੇ ਉਹਦੇ ਨਾਲ ਸਾਨੂੰ ਸੰਥਿਆ ਤੇ ਪੰਥਿਆ ਇੱਕ ਸ਼ਬਦ ਹੈ ਕਿ ਹੋਰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਸਿੱਖੀ ਬਾਰੇ, ਪੰਥ ਬਾਰੇ, ਧਰਮ ਬਾਰੇ ਜਾਣਕਾਰੀ ਮਿਲਦੀ ਹੈ, ਜੋ ਕਿ ਸਾਡੇ ਆਉਣ ਵਾਲੇ ਭਵਿੱਖ ਲਈ ਬਹੁਤ ਜ਼ਰੂਰੀ ਹੈ। ਕਿਉਂਕਿ ਦੇਖੋ, ਜਿਵੇਂ ਹੁਣ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਹੈ, ਤੇ ਜੇਕਰ ਆਪਾਂ ਇੱਥੇ ਬਹਿ ਕੇ ਵੱਧ ਤੋਂ ਵੱਧ ਗੁਰਬਾਣੀ ਦਾ ਜਾਪ ਕਰਾਂਗੇ ਤਾਂ ਮੈਨੂੰ ਲੱਗਦਾ ਇਹ ਸਾਡੇ ਲਈ ਜ਼ਿਆਦਾ ਲਾਭਕਾਰੀ ਹੋਵੇਗਾ, ਨਾ ਕਿ ਇਹ ਸ਼ੋਸ਼ੇਬਾਜ਼ੀ ਕਰਕੇ ਉਹ ਬੰਦੀ ਸਿੰਘ ਰਿਹਾ ਹੋਣ ਲੱਗੇ ਹੈ। ਤੇ ਇਹ ਸਾਡਾ ਮਕਸਦ ਵੀ ਹੈ ਕਿ ਵੱਧ ਤੋਂ ਵੱਧ ਸੰਗਤ ਨੂੰ ਗੁਰਬਾਣੀ ਨਾਲ, ਐਸੇ ਮੋਰਚਿਆਂ ਦੀ ਸਹਾਇਤਾ ਨਾਲ ਜੋੜਿਆ ਜਾ ਸਕੇ। ਕਿਉਂਕਿ ਇੱਥੇ ਦੇਖੋ ਨੌਜਵਾਨ ਆਉਂਦੇ ਨੇ, ਨਾਅਰੇ ਲਾ ਕੇ ਚੱਲ ਜਾਂਦੇ ਨੇ, ਤੇ ਜੇ ਹੁਣ ਉਹਨਾਂ ਨੂੰ ਗੁਰਬਾਣੀ ਸੰਥਿਆ ਬਾਰੇ ਜਾਣਕਾਰੀ ਦੇ ਕੇ ਆਪਾਂ ਸੰਥਿਆ ਨਾਲ ਜੋੜਾਂਗੇ, ਗੁਰਬਾਣੀ ਨਾਲ ਜੋੜਾਂਗੇ, ਤਾਂ ਇਹ ਪੰਥ ਲਈ ਬਹੁਤ ਲਾਭਕਾਰੀ ਹੋਵੇਗਾ। ਤਾਂ ਕਰਕੇ ਅਸੀਂ ਇਹ ਉਪਰਾਲਾ ਕੀਤਾ ਹੈ। ਬੱਚੇ ਆ ਰਹੇ ਆ ਤੁਹਾਡੇ ਕੋਲ ਜਾਂ ਫਿਰ ਯੰਗਰ ਜਨਰੇਸ਼ਨ ਆਂਦੀ ਹੈ, ਦੇਖਦੀ ਹੈ, ਸਿੱਖਦੀ ਹੈ ਕੁਝ? ਸਾਡੇ ਕੋਲ ਜੀ ਦੇਖੋ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਏਜ ਗਰੁੱਪਸ ਦੇ ਲੋਕ ਜਿਹੜੇ ਨੇ ਉਹ ਆਉਂਦੇ ਨੇ, ਤੇ ਬਹੁਤ ਜ਼ਿਆਦਾ ਇਹ ਪੋਸਟਰ ਬਾਰੇ ਸਵਾਲ ਕਰਦੇ ਨੇ, ਪੁਸਤਕਾਂ ਲੈ ਕੇ ਜਾਂਦੇ ਨੇ, ਤੇ ਉਹਨਾਂ ਨੂੰ ਅਸੀਂ ਫਿਰ ਜੋ ਵੀ ਉਹ ਪੁੱਛਦੇ ਨੇ ਉਹ ਸਵਾਲਾਂ ਦੇ ਜਵਾਬ ਦਿੰਦੇ ਨੇ। ਤੇ ਉਹਨਾਂ ਨੂੰ ਕਹੀਦਾ ਵੀ ਦੇਖੋ, ਗੁਰਬਾਣੀ ਸੰਥਿਆ ਨਾਲ ਜੁੜੋ। ਤੇ ਬਹੁਤ ਸਾਰੇ ਲੋਕ ਗੁਰਬਾਣੀ ਸੰਥਿਆ ਨਾਲ ਇਸ ਉਪਰਾਲੇ ਕਰਕੇ ਜੁੜ ਵੀ ਰਹੇ ਨੇ। ਇਸ ਵਕਤ ਆਨਲਾਈਨ ਅਕੈਡਮੀ ਦੇ ਵਿੱਚ ਤੇ ਘੱਟੋ ਘੱਟ 250 ਜੋ ਸਿੰਘ ਦੇਸ਼ਾਂ ਵਿਦੇਸ਼ਾਂ ਤੋਂ ਸੰਥਿਆ ਕਰ ਰਿਹਾ ਹੈ ਤੇ ਲਾਹੇ ਪ੍ਰਾਪਤ ਕਰ ਰਿਹਾ ਹੈ। ਸਰਕਾਰ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਤੁਸੀਂ ਵੀ ਇੱਥੇ ਬੈਠੇ ਹੋ, ਤੁਸੀਂ ਕਿਹਾ ਗੁਰਬਾਣੀ ਦੇ ਮਾਧਿਅਮ ਨਾਲ ਆਪਾਂ ਆਵਾਜ਼ ਪਹੁੰਚਾ ਸਕਦੇ ਹਾਂ, ਔਰ ਜਿੱਧਰ ਨੂੰ ਯੂਥ ਜਾ ਰਿਹਾ ਹੈ ਉਸ ਵੱਲ ਨੂੰ ਨਹੀਂ ਜਾਣਾ ਚਾਹੀਦਾ। ਦੇਖੋ ਜੀ, ਗੁਰਬਾਣੀ ਦੇ ਵਿੱਚ ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟਾ ਹੈ। ਸੋ ਇਹ ਜੋ ਕੁੱਤਿਆਂ ਵਾਲੀਆਂ ਗੱਲਾਂ ਹੈ ਕਿ ਬਾਰ-ਬਾਰ ਜਾ ਕੇ ਚੱਟੀਏ ਉਹ ਚਟਣੀ, ਤੇ ਜੋ ਮਨੁੱਖੀ ਅਧਿਕਾਰ ਨੇ ਉਹਨਾਂ ਦਾ ਘਾਣ ਕਰਨਾ ਹੈ ਜਿਹੜਾ, ਇਹ ਸਰਕਾਰ ਲਈ ਬਹੁਤ ਜ਼ਿਆਦਾ ਗਲਤ ਗੱਲ ਹੈ। ਤੇ ਵੱਡੇ ਰਾਜ ਇੱਥੇ ਤਬਾਹ ਹੋ ਗਏ ਇਹਨਾਂ ਗੱਲਾਂ ਕਰਕੇ। ਜੇ ਆਪਾਂ ਧਰਮ ਦੀ, ਹੱਕ ਦੀ, ਸੱਚ ਦੀ ਗੱਲ ਕਰਾਂਗੇ, ਸਾਰਿਆਂ ਨੂੰ ਬਰਾਬਰ ਅਧਿਕਾਰ ਦੇਵਾਂਗੇ, ਤਾਂ ਮੈਨੂੰ ਲੱਗਦਾ ਵੀ ਇਹ ਦੇਸ਼ ਲਈ ਵੀ ਅਤੇ ਸਰਕਾਰਾਂ ਲਈ ਵੀ ਚੰਗੀ ਗੱਲ ਹੋਵੇਗੀ। ਤੇ ਉਹਨਾਂ ਨੂੰ ਗਾਹਾਂ ਤੁਹਾਨੂੰ ਪਤਾ ਹੀ ਹੈ ਵੀ ਵੋਟਾਂ ਦੇ ਵਿੱਚ ਲਾਹਾ ਫਿਰ ਪ੍ਰਾਪਤ ਹੋਣਾ ਹੀ ਹੈ ਜੀ। ਇਸ ਕਰਕੇ ਸੋ ਉਹਨਾਂ ਨੂੰ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਚਾਹੀਦਾ। ਇਹੀ ਸਾਡੀ ਸਰਕਾਰ ਨੂੰ ਅਪੀਲ ਹੈ। ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਫਿਲਹਾਲ ਤੁਸੀਂ ਗੱਲਾਂ ਬਾਤਾਂ ਸੁਣੀਆਂ, ਔਰ ਇਸ ਤਰ੍ਹਾਂ ਦੀ ਇਤਿਹਾਸਿਕ 35 ਅੱਖਰੀ ਮੋਰਚੇ ਦੇ ਵਿੱਚ ਲਗਾਈ ਗਈ ਹੈ, ਜਿਸ ਰਾਹੀਂ ਵੱਖ-ਵੱਖ ਤਰ੍ਹਾਂ ਨਾਲ ਸਿੱਖ ਇਤਿਹਾਸ ਦੇ ਯੋਧਿਆਂ ਬਾਰੇ, ਸ਼ਹਿਰਾਂ ਬਾਰੇ
ਔਰ ਸਿੱਖ ਇਤਿਹਾਸ ਨਾਲ ਜੁੜੀਆਂ ਕਈ ਚੀਜ਼ਾਂ ਬਾਰੇ ਇਹ ਪੋਸਟਰ ਜਾਣਕਾਰੀ ਦੇ ਰਿਹਾ ਹੈ ਤੇ ਕਈ ਤਰ੍ਹਾਂ ਦੀ ਕਿਤਾਬਾਂ ਵੀ ਲਗਾਈਆਂ ਗਈਆਂ ਨੇ ਜਿਸ ਦੇ ਵਿੱਚ ਗੁਰਬਾਣੀ ਔਰ ਸੰਥਿਆ ਤੇ ਪੰਥਿਆ ਜਿਸ ਤਰੀਕੇ ਨਾਲ ਉਹਨਾਂ ਨੇ ਮੈਂਸ਼ਨ ਕੀਤਾ ਉਸ ਦੇ ਬਾਰੇ ਜ਼ਿਕਰ ਕੀਤਾ ਗਿਆ ਹੈ ਤੇ ਕਈ ਲੋਕ ਘਰ ਬੈਠੇ ਗੁਰਬਾਣੀ ਦਾ ਫ੍ਰੀ ਉਚਾਰਨ ਵੀ ਇਸ ਮੋਰਚੇ ਰਾਹੀਂ ਸਿੱਖ ਰਹੇ ਨੇ ਔਰ ਇੱਥੇ ਇਹਨਾਂ ਨੇ ਆਪਣਾ ਜਿਹੜਾ ਹੈ ਆਪਣਾ ਟੈਂਟ ਆਪਣਾ ਤੰਬੂ ਵੀ ਲਗਾਇਆ ਹੋਇਆ ਹੈ ਔਰ ਸਾਫ਼ ਕਿਹਾ ਹੈ ਸਰਕਾਰਾਂ ਨੂੰ ਵੀ ਬੰਦੀ ਸਿੰਘ ਛੇਤੀ ਰਿਹਾ ਹੋਣੇ ਚਾਹੀਦੇ ਹੈ ਔਰ ਜਿੱਥੇ ਮਨੁੱਖੀ ਹੱਕਾਂ ਦੀ ਗੱਲ ਆਵੇ ਉਹਨਾਂ ਦਾ ਪਾਲਨ ਹੋਣਾ ਚਾਹੀਦਾ ਹੈ। ਕੈਮਰਾਮੈਨ ਵਿਵੇਕਾਨੰਦ ਤ੍ਰਿਪਾਠੀ ਦੇ ਨਾਲ ਸ਼ਿਖਾ ਧੁਰੀਆ ਵਿਜ ਔਨ 에ਅਰ ਚੰਡੀਗੜ੍ਹ ਮੋਹਾਲੀ ਬਾਰਡਰ।